ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਔਰ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰ ਰਿਹਾ ਹਾਂ ਗਿਲਜ ਮੈਂਟੋਰ ਦੇ ਆਫੀਸ਼ੀਅਲ YouTube ਚੈਨਲ ਤੇ। ਔਰ ਮੈਨੂੰ ਉਮੀਦ ਹੈ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ। ਦੋਸਤੋ ਪਿੱਛੇ ਕਲਾਸਿਸ ਲਗਭਗ 2-3 ਦਿਨ ਮਿਸ ਰਹੀਆਂ। ਮੈਂ ਤੁਹਾਨੂੰ ਦੱਸ ਚੁੱਕਿਆ ਆਲਰੇਡੀ ਕਿ ਲਗਭਗ ਦੇਰ ਨਾਈਟ ਤੱਕ ਤੁਹਾਨੂੰ ਟੀਚ ਕਰਨਾ, ਮੌਕ ਟੈਸਟ ਸੀਰੀਜ਼ ਬਣਾਉਣੀ, ਈ ਬੁੱਕਸ ਬਣਾਉਣੀਆਂ। ਤਾਂ ਕਿਤੇ ਨਾ ਕਿਤੇ ਇਨ ਮੌਸਮ ਵੀ ਠੀਕ ਨਹੀਂ ਸੀਗਾ ਔਰ ਇਹਦਾ ਇਫੈਕਟ ਪੂਰੀ ਬਾਡੀ ਤੇ ਹੋਇਆ ਔਰ ਗਲਾ ਬਿਲਕੁਲ ਠੀਕ ਠਾਕ ਨਹੀਂ ਹੈ, ਲੇਕਿਨ ਫਿਰ ਵੀ ਰਿਕਵਰੀ ਕਰ ਰਿਹਾ ਮੈਂ ਸੋ ਦੈਟ ਕਿ ਕਲਾਸਿਸ ਅੱਗੇ ਕੰਟੀਨਿਊ ਰਹਿਣਗੀਆਂ। ਔਰ ਪੰਜਾਬ ਪਟਵਾਰੀ ਦਾ ਨੋਟੀਫਿਕੇਸ਼ਨ ਬਹੁਤ ਜਲਦੀ ਦੇਖਣ ਨੂੰ ਮਿਲੇਗਾ, ਕਿਉਂਕਿ ਜਿੰਨੇ ਵੀ ਸਟੂਡੈਂਟਸ ਸੀ ਬਾਰ-ਬਾਰ ਮੈਂ ਇਹੀ ਗੱਲ ਕਹਿ ਰਿਹਾ ਸੀ, ਪਲੀਜ਼ ਰੈਗੂਲਰਲੀ ਸੈਸ਼ਨਸ ਦੇਖੋ, ਰੈਗੂਲਰਲੀ ਵਾਚ ਆਊਟ ਕਰੋ। ਔਰ ਪੀਪੀਐਸਸੀ ਨੇ ਐਗਰੀਕਲਚਰ ਆਫਿਸਰ ਦੀਆਂ ਪੋਸਟਾਂ ਆਊਟ ਕੀਤੀਆਂ, ਇੱਦਾਂ ਹੀ ਤੁਹਾਡੇ ਸਾਹਮਣੇ ਕਿਤੇ ਨਾ ਕਿਤੇ ਪੀਪੀਐਸਸੀ ਨੇ ਵੀ ਨੋਟੀਫਿਕੇਸ਼ਨ ਕੱਢ ਦੇਣਾ, ਤੁਸੀਂ ਤਿਆਰੀ ਕਰਦੇ ਨਹੀਂ ਰਹੋਗੇ। ਇਹ ਚੀਜ਼ ਵੀ ਯਕੀਨ ਤੌਰ ਤੇ ਮੰਨ ਕੇ ਚੱਲੋ, ਤਿਆਰੀ ਬਹੁਤ ਜ਼ਰੂਰੀ ਹੈ। ਜੇ ਤਿਆਰੀ ਕਰੋਗੇ ਨੁਕਸਾਨ ਕਿਸੇ ਦਾ ਨਹੀਂ ਹੋਏਗਾ, ਸਿਲੈਕਸ਼ਨ ਤੁਹਾਡਾ ਹੀ ਹੋਏਗਾ। ਪੰਜਾਬ ਪਟਵਾਰੀ ਮਿਸ਼ਨ 2020 ਦੇ ਤਹਿਤ 1000 ਬੈਸਟ ਐਗਰੀਕਲਚਰ MCQ ਸੀਰੀਜ਼ ਦਾ ਪਾਰਟ ਨੰਬਰ 10ਵਾਂ ਹੋਏਗਾ ਔਰ ਇਸ ਤੋਂ ਪਹਿਲਾਂ 9 ਪਾਰਟ ਮੈਂ ਕਰਵਾ ਚੁੱਕਿਆ ਵਾਂ। ਠੀਕ ਹੈ, ਦੱਸਣਾ ਚਾਹਾਂਗਾ ਜੇ ਤੁਸੀਂ ਚਾਹੁੰਦੇ ਸਰਕਾਰੀ ਅਸਾਮੀਆਂ ਲੇਟੈਸਟ ਜਾਣਕਾਰੀ ਪੇਪਰ ਦੇ ਸੰਬੰਧ, ਸਿਲੇਬਸ ਦੇ ਸੰਬੰਧ, ਇੰਪੋਰਟੈਂਟ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ ਤਾਂ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਅਤੇ ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਹੀਂ ਭੁੱਲਣਾ। ਡਿਸਕ੍ਰਿਪਸ਼ਨ ਬਾਕਸ ਵਿਖੇ ਦਿੱਤਾ ਗਿਆ ਇੰਸਟਾਗ੍ਰਾਮ, ਟੈਲੀਗ੍ਰਾਮ, WhatsApp ਤੇ ਕਲਿੱਕ ਕਰਕੇ ਜੁੜ ਸਕਦੇ ਹੋ, ਜਿੱਥੇ ਇੰਪੋਰਟੈਂਟ ਅਪਡੇਟਸ ਔਰ ਮੈਗਜ਼ੀਨ ਔਰ ਸਟੱਡੀ ਮਟੀਰੀਅਲ ਤੁਹਾਨੂੰ ਟਾਈਮ ਟੂ ਟਾਈਮ ਸ਼ੇਅਰ ਕੀਤਾ ਜਾਂਦਾ ਆ। ਪੰਜਾਬ ਪਟਵਾਰੀ ਦੇ ਸੰਬੰਧ 'ਚ ਅਨਲਿਮਿਟਿਡ ਮੌਕ ਟੈਸਟ ਸੀਰੀਜ਼ ਲੈਣਾ ਚਾਹੁੰਦੇ ਹੋ, ਸਾਡੀ ਆਫੀਸ਼ੀਅਲੀ ਵੈਬਸਾਈਟ ਹੈ gilgementortest.com ਜਾਂ gilgementor.co.in ਤੇ ਵਿਜ਼ਿਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਹਜ਼ਾਰਾਂ ਤਰੀਕੇ ਦੀਆਂ ਈ ਬੁੱਕਸ ਜੋ ਕਿ ਫ੍ਰੀ ਵੀ ਤੁਹਾਨੂੰ ਡਾਊਨਲੋਡ ਕਰਨ ਨੂੰ ਮਿਲਣਗੀਆਂ ਔਰ ਲੇਟੈਸਟ ਜੋ ਪੈਟਰਨ ਦੇ ਅਕੋਰਡਿੰਗ ਉਹ ਵੀ ਤੁਹਾਨੂੰ ਮਿਲ ਜਾਣਗੀਆਂ। ਤਾਂ ਜਿੰਨੇ ਵੀ ਸਟੂਡੈਂਟ ਸਾਡੇ ਨਾਲ ਜੁੜੇ ਨੇ, ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਬੈਲ ਆਈਕਨ ਨੂੰ ਦਬਾ ਦਿਓ ਤੇ ਨਾਲੇ ਸ਼ੇਅਰ ਵੀ ਪਲੀਜ਼ ਕਰ ਦਿਓ ਆਪਣੇ ਦੋਸਤਾਂ ਤੱਕ। ਠੀਕ ਹੈ, ਹਾਂਜੀ ਬਿਲਕੁਲ। ਤੇ ਅੱਜ ਦੀ ਸੀਰੀਜ਼ ਦਾ ਪਹਿਲਾ ਕੁਐਸਚਨ ਸਕਰੀਨ ਤੇ ਦੇ ਰੱਖਿਆ ਹੈ। ਅੱਛਾ ਕੁਐਸਚਨ ਹੈ, ਸਾਰਿਆਂ ਨੇ ਮੈਂ ਐਕਸਪਲੇਨੇਸ਼ਨ ਸਮਝਾਵਾਂਗਾ। 5 ਆਪਸ਼ਨ ਤੁਹਾਨੂੰ ਦਿੱਤੇ ਗਏ ਨੇ, ਪੰਜਵਾਂ ਆਪਸ਼ਨ ਹੋਏਗਾ ਨਨ ਆਫ ਥੀਸ ਦਾ ਹੋਏਗਾ। ਚਾਰਾਂ ਦੇ ਵਿੱਚੋਂ ਕੁਐਸਚਨ ਫਰੇਮ ਕਰਨਾ ਹੈ। ਤਾਂ ਦੱਸਣਾ ਚਾਹਾਂਗਾ 2018 ਅਤੇ 19 ਦੇ ਬੈਸਟ ਕੁਐਸਚਨ ਹੈ ਇਹ। ਠੀਕ ਹੈ, ਇਸ ਤੋਂ ਬਿਹਤਰ ਤੁਹਾਨੂੰ ਕਿਤੋਂ ਵੀ ਕੁਝ ਕਰਨ ਦੀ ਲੋੜ ਨਹੀਂ ਪਏਗੀ। ਪਹਿਲਾ ਕੁਐਸਚਨ ਹੈ ਡੈਸ਼ 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 ਇਜ਼ ਦਾ ਸਾਇੰਸ ਦੈਟ ਡੀਲਸ ਵਿਦ ਦਾ ਯੂਟੀਲਾਈਜੇਸ਼ਨ, ਪ੍ਰੋਡਕਸ਼ਨ ਐਂਡ ਇਟਸ ਵਾਈਡ ਯੂਜ਼ਸ। ਤੇ ਇਹਦਾ ਜੋ ਸਹੀ ਆਨਸਰ ਹੋਏਗਾ ਐਨੀਮਲ ਪੈਟਿੰਗ, ਬਿਲਕੁਲ ਰਾਈਟ ਆਨਸਰ। ਐਨੀਮਲ ਪੈਟਿੰਗ ਬਿਲਕੁਲ ਰਾਈਟ ਆਨਸਰ ਹੋਏਗਾ। ਇਹ ਕਿਉਂ ਹੋਏਗਾ? ਬੇਸਿਕਲੀ ਸਟੱਡੀ ਆਫ ਡੋਮੈਸਟਿਕ ਐਂਡ ਪੈਟ ਐਨੀਮਲ ਦੀ ਹੈ ਨਾ। ਦੇਖੋ ਸਟੱਡੀ ਆਫ ਡੋਮੈਸਟਿਕ ਅਤੇ ਪੈਟ ਐਨੀਮਲ, ਜੋ ਆਪਾਂ ਪੈਟ ਐਨੀਮਲ ਕਹਿੰਦੇ ਨੇ, ਉਹਨਾਂ ਦੀ ਜੋ ਸਟੱਡੀ ਉਹਨਾਂ ਨੂੰ ਕੀ ਕਹਿੰਦੇ ਆਪਾਂ? ਕਹਿੰਦੇ ਆ ਐਨੀਮਲ ਹਸਬੈਂਡਰੀ। ਠੀਕ ਹੈ, ਦ ਸਾਇੰਸ ਦੈਟ ਡੀਲਸ ਵਿਦ ਦਾ ਯੂਟੀਲਾਈਜੇਸ਼ਨ, ਸਾਇੰਸ ਜਿਹੜੀ ਡੀਲ ਕਰਦੀ ਹੈ ਯੂਟੀਲਾਈਜੇਸ਼ਨ ਦੇ ਨਾਲ, ਪ੍ਰੋਡਕਸ਼ਨ ਐਂਡ ਇਟਸ ਵਾਈਵਡ, ਇਹਨਾਂ ਨੂੰ ਆਪਾਂ ਕਿਸ ਨਾਮ ਤੋਂ ਜਾਣਦੇ? ਐਨੀਮਲ ਪੈਟਿੰਗ ਦੇ ਨਾਮ ਤੋਂ ਜਾਣਦੇ। ਇਹ ਵੀ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਕੋਈ ਦਿੱਕਤ ਨਹੀਂ ਹੈ, ਸਮਝ ਆ ਗਿਆ ਹੋਏਗਾ। ਚਲਿਏ ਅਗਲਾ ਕੁਐਸਚਨ ਹੈ, ਕੁਐਸਚਨ ਨੰਬਰ 102ਵਾਂ ਹੈ। ਦ ਹੈਡਕੁਆਟਰ ਆਫ ਵਰਲਡ ਐਗਰੋ ਫੋਰੈਸਟਰੀ ਸੈਂਟਰ ਇਜ਼ ਸਿਚੁਏਟਡ ਇਨ ਵਿਚ ਕੰਟਰੀ? ਐਗਰੋ ਸਾਨੂੰ ਪੁੱਛਿਆ ਗਿਆ ਵਾ ਕਿ ਵਰਲਡ ਐਗਰੋ ਸਾਡੇ ਕੋਲ ਬੇਸਿਕਲੀ ਐਗਰੋ ਫੋਰੈਸਟਰੀ ਸੈਂਟਰ ਹੈ, ਉਹਨਾਂ ਦਾ ਬਾਰੇ ਕੁਐਸਚਨ ਪੁੱਛਿਆ ਗਿਆ। ਇਸ ਕੁਐਸਚਨ ਦਾ ਸਹੀ ਆਨਸਰ ਕੀ ਹੋਏਗਾ? ਮੈਨੂੰ ਫਟਾਫਟ ਕਮੈਂਟ ਬਾਕਸ ਦੱਸੋ ਆਨਸਰ ਕੀ ਹੋਏਗਾ ਕੁਇਕਲੀ ਯਾਰ, ਕਮ ਔਨ ਗਾਇਜ਼। ਇੰਨਾ ਟਾਈਮ ਤਾਂ ਬਿਲਕੁਲ ਲੱਗਣਾ ਹੀ ਨਹੀਂ ਚਾਹੀਦਾ, ਇੰਨੇ ਬਿਹਤਰੀਨ ਕੁਐਸਚਨ, ਇੰਨੇ ਖੂਬਸੂਰਤ ਕੁਐਸਚਨ ਤੇ। ਚਲਿਏ ਕੁਇਕਲੀ, ਸ਼ਾਬਾਸ਼ ਬੱਚੇ ਸ਼ਾਬਾਸ਼, ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਤੁਹਾਡੇ 'ਚ। ਠੀਕ ਹੈ, ਚਲਿਏ ਇਹਦਾ ਆਨਸਰ ਹੋਏਗਾ केनिया, बिल्कुल केनिया बिल्कुल राइट आंसर है। ठीक है, केनिया है, बहुत अच्छे है गाइस। साउथ कोरिया नहीं होएगा, नॉर्थ वे नहीं होएगा एंड चाइना बिल्कुल भी नहीं है, और केनिया बिल्कुल राइट आंसर होएगा। देखो वर्ल्ड एग्रो फॉरेस्ट्री सेंटर है ना, एक इंटरनेशनल इंस्टीट्यूट हैडकुआटर है ਇਹਦਾ ਨੈਰੋਬੀ ਦੇ ਵਿੱਚ, ਔਰ ਨੈਰੋਬੀ ਕਿੱਥੇ ਹੈ? ਕੇਨੀਆ, ਬਲਕਿ ਕੇਨੀਆ ਦੀ ਕੈਪੀਟਲ ਨੈਰੋਬੀ ਹੈ। ਇਸ ਸੈਂਟਰ ਨੂੰ ਬਣਾਇਆ ਗਿਆ ਸੀ 1978 ਵਿੱਚ ਬਣਾਇਆ ਗਿਆ ਸੀਗਾ। ਕਿਹਦੇ ਦੁਆਰਾ? ਇੰਟਰਨੈਸ਼ਨਲ ਕਾਉਂਸਲ ਫॉर ਰਿਸਰਚ ਐਂਡ ਐਗਰੋ ਫੋਰੈਸਟਰੀ ਦੁਆਰਾ ਬਣਾਇਆ ਗਿਆ ਸੀਗਾ। ਇਹ ਵੀ ਤੁਸੀਂ ਯਾਦ ਰੱਖਣਾ ਹੈ, ਪੇਪਰ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਸੈਸ਼ਨ ਹੈ। ਪਲੀਜ਼ ਦੋਸਤੋ ਇਸ ਸੈਸ਼ਨ ਨੂੰ ਪਾਰਟਿਕੂਲਰ ਖੂਬਸੂਰਤ ਤਰੀਕੇ ਨਾਲ ਲਾਈਕ ਔਰ ਸ਼ੇਅਰ ਔਰ ਫੁੱਲ ਬੰਬ ਬੁਲਾ ਦਿਓ। ਠੀਕ ਹੈ, ਸ਼ੇਅਰ ਕਰਨ ਵਾਲੀ ਕੋਈ ਕਮੀ ਨਹੀਂ ਹੋਣੀ ਚਾਹੀਦੀ ਯਾਰ, ਤਦ ਹੀ ਟੀਚਰ ਨੂੰ ਹੌਸਲਾ ਹੋਏਗਾ। ਤੁਹਾਡੇ ਤੱਕ ਅਸੀਂ ਬੈਸਟ ਚੀਜ਼ਾਂ ਕੱਢ ਕੇ ਲਿਆਵਾਂਗੇ ਜਿੱਥੋਂ ਤੱਕ ਵੀ ਹੋ ਸਕਦਾ ਹੈ। ਠੀਕ ਹੈ, ਬਿਲकुल बिल्कुल बिल्कुल, वेरी गुड गाइस, वेरी गुड, बहुत अच्छे है, शाबाश। क्विकली शेयर करते चलो। ठीक है, हाँ जी। हुण तुहाडे तो सवाल मैं पुछ सकदा है कि तुसी मैनूं दसो कि अगर तुहाडे तो पुछया जाए कि ICRAF दा हैडकुआटर कित्थे है,
ठीक है। तो तद भी तुसी दसना नैरोबी केनिया 1978 ਦੇ ਵਿੱਚ ਬਣਾਇਆ ਗਿਆ ਸੀ वर्ल्ड एग्रो फॉरेस्ट्री सेंटर। चलिए अगले क्वेश्चन ਤੇ ਚੱਲਦੇ ਹਾਂ ਆਪਾਂ फटाफट। अगला क्वेश्चन है कल्टीवेशन ऑफ फूड एंड फॉरेस्ट और अपन दे रखे कि स्पैशलिटी क्रॉप बिटवीन रोज ऑफ ट्रीज इज नोन एज। देखो ये क्वेश्चन आप रिपीटेड करांगे, इस तो पहला भी मैं तुहानू करवा चुके हैं। इसनू की कहते, देखो कल्टीवेशन होंदा है, फूड है, फॉरेजी है, स्पैशलिस्टी क्रॉप जो कि वट्टा बना के आप लाइना बना के उदा करते, इसनू एले क्रॉप कहते। किहड़ी हुंदी है? एले क्रॉपिंग हुंदी है। क्योंकि एले क्रॉपिंग है ना जी एग्रीकल्चर क्रॉप है जी दोस्तों, ये आप कहांगे कि इस तरीके की खेती है कि जो लॉन्ग टर्म हुंदी है, ठीक है, जिदा जिथे पानी की खपत घट होंदी है, क्योंकि पानी दे विच क्यारियां च पानी खड़ जाता है जिथे कि नमी बाले दिन रहिंदी है, और इत्थे एनुअली इनकम सोर्स है वो ज़्यादा निकल के आउंदा है। तो इहदा नाम तुसीं रखना है एले क्रॉपिंग। ठीक है, मतलब की है ना कि भाने ने खेती की वट्टा बना के भिंडियां वांगू लाते, तो दूजे कहते कि अल है तू की कीता आ। ठीक है, तो तुसीं रखो अल है मतलब कि वट्टा बना के खेती की है जिस करके। चलिए अगला क्वेश्चन देखते हैं। नेक्स्ट क्वेश्चन है द प्रोसेस ऑफ कंबाइंड ट्री विद द फॉरेस्ट एंड लाइव स्टॉक प्रोडक्शन इज आल्सो कॉल्ड एज। देखो एक चीज़ तुसी होर समझना होएगा, लाइव स्टॉक साडे जो पशु पालन प्रविधियां होंदियां आ, इन्हों पूरी प्रक्रिया प्रोसैस नूं की कहने, इन्हों कहांगे आपां सिल्वो पास्चर। याद रखना है कि सिल्वो पास्चर आपां इन्हों कहने सिल्वो पास्चर मैं कहना कंबाइंस ट्रीज विद द फॉरेस्ट लाइव स्टॉक प्रोडक्शन है। एक ट्री सर्कल होंदा जो मैनेज फॉर द हाई वैल्यू सॉवलॉग सेम टाइम ते होंदा है, जो सानू प्रोवाइड करता है शैड एंड शैल्टर फॉर द लाइव स्टॉक। ठीक है, मतलब इन्हां दे रख रखाव ते रखण वास्ते इन्हां दे प्रॉपरली अपने कोले शैड अते शैल्टर फॉर द किहदे वास्ते लाइव स्टॉक एंड फॉरेज, रिड्यूसिंग द स्ट्रैस एंड समथिंग इंक्रीजिंग द फॉरेज प्रोडक्शन। तो दोस्तों इन्हां वास्ते इस पूरी दी पूरी प्रोसैस नूं आपां कहने आ सिल्वो पास्चर। तुसीं याद रखना है, एग्जाम दे विच तुहानूं बार-बार ये सवाल पूछा जा सकता है। ठीक है, एग्जाम के पॉइंट ऑफ व्यू नाल तुहाडे नाल मैं सारियां गल्लां बार-बार साझीਆਂ करांगा, जिस करके कि साडे किसी भी स्टूडेंट नूं कोई प्रॉब्लम ना आवे। देखो जिथों तक है ना खास तौर पर सिल्वो पास्चर कोई खेतीबाड़ी की गल नहीं हो रही, इत्थे पशु पालन विधि की गल हो रही है। ठीक है, पशु पालन विधि नूं तुसीं किद्दां किस तरीके नाल समझ सकते हो, इस सवाल का इंपॉर्टेंट महत्व बल्कि महत्व इंपॉर्टेंट होर भी ज़्यादा बन जाता है कि डिक्शनरी रफ्तार से अगर तुसीं सिल्वो पास्चर नूं समझोगे तो इस पूरी की पूरी प्रक्रिया नूं जिहदे च कि कंबाइन ट्रीज एंड फॉरेज एंड लाइव स्टॉक हुंदा आ, तो इसनूं सिल्वो पास्चर कहते हैं। चलो अगला क्वेश्चन देखते हैं। द टर्म रिप्रजेंट द प्रेजेंस ऑफ ट्रीज वाइडली स्कैटर्ड ओवर ए लार्ज एग्रीकल्चर प्लॉट और पास्चर, इसनूं की कहने हैं। देखो द टर्म प्रेजेंट द प्रेजेंस ऑफ ट्रीज वाइडली द आपां कहांगे पूरे दे पूरे ओवर एंड लार्ज एग्रीकल्चर प्लॉट और पास्चर नूं आपां की कहने, आपां इसनूं कहने हैं दोस्तों याद रखना है कि पार्कलैंड, इनू की कहने आपां पार्कलैंड कहने हैं। देखो प्लॉट और पास्चर जो एग्रीकल्चर वास्ते लंबा चौड़ा हुंदा है पार्कलैंड हो गया। खास तौर पर आपां कहांगे कि विजुअली डिफाइन हुंदा है कि प्रेजेंस ऑफ ट्रीज वाइडली जो स्कैटर्ड हुंदा है ओवर द लार्ज एग्रीकल्चर प्लॉट, खेतीबाड़ी खुला जिथे आप कह दें लंबे मरबियां के हिसाब नाल खेती है। ठीक है, खास तौर पर इस प्रकार की प्रक्रिया है, इसनूं की किस नाम तो जाणांगे आपां, इसनूं जाणांगे पार्कलैंड के नाम तो। सिंपल जिहा क्वेश्चन सीगा। ठीक है, 106 नंबर है इन विच क्रॉपिंग सिस्टम द ट्रीज एंड शॉप्स आर प्लांटेड इन वाइड स्ट्रिप। देखो विच किहड़ी क्रॉप का सिस्टम है कि जिवें ट्रीज या आप शॉप की गल करिए प्लांटेड इन वाइड स्ट्रिप के तौर पर आप लाने हैं। ठीक है, तो तुसीं इसनूं किस हिसाब नाल समझ सकते हो, प्लीज़ मैनू सारे स्टूडेंट्स कमेंट्स च दसो। वेरी गुड, बहुत अच्छे बच्चे, शाबाश। गलत क्यों ना आवे, अगर तुहाडा कोई भी क्वेश्चन गलत होएगा वी विल मेक इट करेक्ट। तुसीं आंसर प्लीज़ सारे स्टूडेंट्स दसो। वेरी गुड, बहुत अच्छे, शाबाश बच्चे, और शेयर करते चलना है। स्ट्रिप क्रॉपिंग किनू कहने हैं, स्ट्रिप क्रॉपिंग बारे पूर्ण तौर पर तुहानूं पता होना चाहिए है। ठीक है, हाँ जी, स्ट्रिप क्रॉपिंग की है, स्ट्रिप क्रॉपिंग बारे तुसीं किवें समझ सकते हो, की एग्जाम्पल है, किस तरीके की खेती नूं आपां स्ट्रिप क्रॉपिंग कहने हैं। वेरी गुड, क्विकली शाबाश बच्चे। ठीक है, स्ट्रिप क्रॉपिंग ही इसका आंसर है। वेरी गुड, ठीक है, ये भी तुहाडी गल सहमत है मैं, स्ट्रिप क्रॉपिंग। ठीक है, वेरी गुड, बहुत अच्छे है। होर इहदे बारे की डिटेल हो सकती, स्ट्रिप क्रॉपिंग किहड़ी है। चलिए स्ट्रिप क्रॉपिंग की आपां डिटेल जान लैंदे हैं कि स्ट्रिप क्रॉपिंग ना एक मैं कह सकदा कि मैथड ऑफ फार्मिंग है,
ਖੇਤੀਬਾੜੀ ਕਰਨ ਦਾ ਇੱਕ ਮੈਥਡ ਹੈ, ਜਿਹਦੇ 'ਚ ਕੀ ਹੈ ਇਨਵੋਲਵਸ ਦਾ ਕਲਟੀਵੇਟਿੰਗ ਇਨਵੋਲਵ ਹੈ, ਫੀਲਡ ਨੂੰ ਕਰਨਾ, ਠੀਕ ਹੈ। ਔਰ ਇਸ ਤੋਂ ਇਲਾਵਾ ਲੌਂਗ ਨੈਰੋ ਬਣਾਉਣਾ, ਸਟ੍ਰਿਪ ਬਣਾਉਣੀਆਂ, ਇਹ ਪੂਰੇ ਆਲਟਰਨੇਟ ਚੱਲਦਾ ਕ੍ਰੌਪ ਦਾ ਰੋਟੇਸ਼ਨ, ਜਿਵੇਂ ਕਿ ਆਪਾਂ ਹਾੜੀ ਬੀਜ ਲਈ ਫਿਰ ਸੌਣੀ ਬੀਜਤੀ, ਇਸ ਪ੍ਰਕਾਰ ਦੀ ਪ੍ਰਕਿਰਿਆ, ਠੀਕ ਹੈ। ਫਿਰ ਜਿਵੇਂ ਆਪਾਂ ਝੋਨਾ ਚੁੱਕ ਲਿਆ, ਝੋਨਾ ਚੁੱਕ ਕੇ ਸਾੜ ਨੂੰ ਨਹੀਂ ਸਾੜਨਾ, ਫਿਰ ਆਪਾਂ ਤੋਤੇ ਮਾਰ ਤੇ ਪਲੋ ਮਾਰ ਕੇ ਬਾਹਰ ਨੂੰ ਪਾਣੀ ਭਰ ਕੇ ਛੱਡਤਾ, ਇਸ ਪੂਰੀ ਪ੍ਰਕਿਰਿਆ ਸਟ੍ਰਿਪ ਕ੍ਰੌਪਿੰਗ ਦੇ ਵਿੱਚ ਆ ਜਾਂਦੀ ਹੈ, ਠੀਕ ਹੈ। ਚਲਿਏ ਤਾਂ ਦੋਸਤੋ ਇਹਦਾ ਜੋ ਆਨਸਰ ਹੈ ਸਟ੍ਰਿਪ ਕ੍ਰੌਪਿੰਗ, ਆਪਸ਼ਨ ਨੰਬਰ ਦੂਜਾ ਬਿਲਕੁਲ ਰਾਈਟ ਹੋਏਗਾ। ਅਗਲੇ ਕੁਐਸਚਨ ਤੇ ਆਪਾਂ ਚੱਲਦੇ ਹਾਂ। ਨੈਕਸਟ ਆਪਾਂ ਨੇ ਦੇਖਿਆ ਕਿ ਤੋਂਗਿਆ ਇਜ਼ ਏ ਫਾਰਮ ਆਫ ਐਗਰੋ ਫੋਰੈਸਟਰੀ ਸਿਸਟਮ ਦਾ originated from which country, ठीक है। तो ਇਹਦਾ ਜੋ ਆਨਸਰ ਹੈ ਬ੍ਰਹਮਾ, ਯਾਦ ਰੱਖੋ ਯਾਰ, ਬਿਲਕੁਲ ਸਹੀ ਹੈ, ਬ੍ਰਹਮਾ ਬਿਲकुल ਸਹੀ ਆਨਸਰ ਹੋਏਗਾ। ਬੇਸਿਕਲੀ ਤੋਂਗਿਆ ਸਿਸਟਮ ਹੈ ਨਾ ਇੱਕ ਫਾਰਮ ਆਫ ਫੋਰੈਸਟਰੀ ਸਿਸਟਮ ਹੈ, ਵਿੱਚ ਇਹ ਸ਼ਾਰਟ ਟਰਮ ਦੀ ਕ੍ਰੌਪ ਹੁੰਦੀ ਹੈ ਇਹਦੇ 'ਚ, ਠੀਕ ਹੈ। ਅਰਲੀ ਸਾਲ ਦੇ ਸ਼ੁਰੂਆਤ 'ਚ ਬੀਜੀ ਜਾਂਦੀ ਹੈ ਔਰ ਜਲਦੀ ਇਹਨੂੰ ਕੱਟਿਆ ਜਾਂਦਾ ਆ। ਇਹ ਪਲਾਂਟੇਸ਼ਨ ਆਫ ਏ ਵੂਡੀ ਆਪਾਂ ਕਹਿ ਸਕਦੇ, ਵੂਡੀ ਸਮਝ ਸਕਦੇ ਹੋ ਤੁਸੀਂ, ਠੀਕ ਹੈ। ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਯੂਟੀਲਾਈਜ਼ ਕਰਨਾ ਲੈਂਡ ਨੂੰ, ਕੰਟਰੋਲ ਕਰਨਾ ਵੀਡਸ ਨੂੰ, ਰਿਡਿਊਸ ਜੋ ਇਸਟੈਬਲਿਸ਼ਮੈਂਟ ਕਾਸਟਸ ਹੁੰਦੀਆਂ ਰਿਡਿਊਸ ਘੱਟ ਹੁੰਦੀਆਂ ਇੱਥੇ, ਠੀਕ ਹੈ। ਔਰ ਇਨਕਮ ਦੇ ਤੌਰ 'ਤੇ ਜ਼ਿਆਦਾ ਹੁੰਦੀ ਹੈ। ਔਰ ਇਹ ਪੂਰੀ ਦੀ ਪੂਰੀ ਪ੍ਰਕਿਰਿਆ ਜੋ ਹੈ ਇਹ ਤੋਂਗਿਆ ਸਿਸਟਮ ਹੁੰਦੀ ਹੈ, ਤੋਂਗਿਆ ਸਿਸਟਮ ਹੈਗੀ ਹੈ ਬ੍ਰਹਮਾ ਦੀ, ਠੀਕ ਹੈ। ਜਾਂ ਮੈਂ ਤੁਹਾਨੂੰ ਇਸ ਚੀਜ਼ ਬਾਰੇ ਐਗਜ਼ਾਮਪਲ ਦੇ ਕੇ ਦੱਸਾਂਗਾ, ਹੋਰ ਵੀ ਚੀਜ਼ਾਂ ਮੇਰੇ ਕੋਲ ਅਗਰ ਮਿਲਦੀਆਂ ਤਾਂ ਮੈਂ ਤੁਹਾਨੂੰ ਸਮਝਾ ਦਿੰਦਾ ਤੋਂਗਿਆ ਸਿਸਟਮ ਬਾਰੇ। ਕਿ ਕਮੈਂਟ ਕਰਕੇ ਤੁਸੀਂ ਦੱਸੋ ਅਗਰ ਤੁਹਾਡੇ ਜੋ ਕਿਸੇ ਵੀ ਬੱਚੇ ਨੂੰ ਇਸ ਬਾਰੇ ਹੋਰ ਸਿਸਟਮ ਜ਼ਿਆਦਾ ਪਤਾ ਹੈ, ਠੀਕ ਹੈ। ਵੈਰੀ ਗੁੱਡ, ਕੁਇਕਲੀ ਬੱਚੇ ਹੋ ਸਕਦਾ ਤਾਂ ਪਲੀਜ਼ ਸਾਰੇ ਸਟੂਡੈਂਟਸ ਆਪਣਾ ਆਪਣਾ ਆਈਡੀਆ ਸ਼ੇਅਰ ਕਰਿਆ ਕਰੋ, ਜਿਸ ਕਰਕੇ ਕਿ ਮੈਕਸੀਮਮ ਟੂ ਮੈਕਸੀਮਮ ਸਟੂਡੈਂਟਸ ਨੂੰ ਪਤਾ ਚੱਲਦਾ। ਔਰ ਜਿੰਨੇ ਵੀ ਸਟੂਡੈਂਟਸ ਅਦਰ ਨੇ, ਤੁਸੀਂ ਅਗਰ ਮੇਰਾ ਸੈਸ਼ਨ ਦੇਖ ਰਹੇ ਹੋ ਅੱਛੇ ਤਰੀਕੇ ਨਾਲ ਤਾਂ ਪਲੀਜ਼ ਇਸ ਸੈਸ਼ਨ ਨੂੰ ਅੱਛੇ ਤਰੀਕੇ ਨਾਲ ਸ਼ੇਅਰ ਵੀ ਕਰਦੇ ਚੱਲੋ। ਖਾਸ ਤੌਰ ਤੇ ਗੱਲ ਦੱਸਦੇ ਕਿ ਪਹਿਲੀ ਟਾਈਮ ਬ੍ਰਹਮਾ ਦੇ ਅੰਦਰ, ਇਹ ਮੈਂ ਤੁਹਾਨੂੰ ਦੱਸਾਂ ਸਾਂਝਾ ਕਰਾਂ ਤੁਹਾਡੇ ਨਾਲ ਡਿਟੇਲਸ ਇਹਦੀਆਂ, ਕਿ 1856 ਦੇ ਅੰਦਰ ਇਹ ਪ੍ਰਕਿਰਿਆ ਅਪਣਾਈ ਗਈ ਸੀਗੀ, ਕਿਉਂਕਿ ਇੰਟਰੋਡਿਊਸ ਕੀਤੀ ਸੀ ਖਾਸ ਤੌਰ ਤੇ ਬੰਗਲਾਦੇਸ਼ ਦੇ ਚਿਟਾਗਾਮ ਜੋ ਸੈਲਹੈਟ ਦੇ ਵਿੱਚ, ਬਲਕਿ 1970 ਤੋਂ ਇਹ ਪ੍ਰਕਿਰਿਆ ਉਹਨਾਂ ਨੇ ਬੰਗਲਾਦੇਸ਼ ਵਾਲਿਆਂ ਨੇ ਸੀ। ਔਰ ਬਾਅਦ ਦੇ ਵਿੱਚ ਇਹ ਬ੍ਰਹਮਾ ਤੋਂ ਚੱਲੀ ਬੰਗਲਾਦੇਸ਼ 'ਚ ਅਪਣਾਈ ਗਈ। ਤੋਂਗਿਆ ਸਿਸਟਮ ਨੂੰ ਡਿਫਾਈਨ ਕਰ ਸਕਦੇ ਹਾਂ, ਸਟੈਬਲਿਸ਼ ਏ ਫੋਰੈਸਟ ਕ੍ਰੌਪ ਇਨ ਟੈਂਪਰੇਰੀ ਐਜ ਏ ਸ਼ੋਸ਼ਨਸ ਵਿਦ, ਜਿਵੇਂ ਐਗਰੀਕਲਚਰ ਕ੍ਰੌਪ ਹੈ, ਮਤਲਬ ਕਿ ਜਿੱਥੇ ਕਿ ਕੱਟਤੀ ਆਪਾਂ ਘਾਹ ਫੂਸ ਕੱਟ ਕੇ ਬਾੜ ਬਣਾ ਕੇ, ਬੱਟਾਂ ਬਣਾ ਕੇ, ਜਾਂ ਆਪਾਂ ਕਹਿ ਸਕਦੇ ਹਾਂ ਕਵਰ ਕਰਕੇ ਖੇਤੀਬਾੜੀ ਕਰਨਾ, ਠੀਕ ਹੈ। ਦੂਸਰੇ ਤਰੀਕੇ ਨਾਲ ਆਪਾਂ ਇਹ ਚੀਜ਼ ਸਮਝ ਸਕਦੇ ਹਾਂ ਕਿ ਖਾਸ ਤੌਰ ਤੇ ਇਹਦੇ ਅੰਦਰ ਡਿਪਾਰਟਮੈਂਟਲ ਜੋ ਤੋਂਗਿਆ ਹੋ ਗਿਆ, ਇਹਦੇ ਅੰਦਰ ਐਗਰੀਕਲਚਰ ਕ੍ਰੌਪ ਪਲਾਂਟੇਸ਼ਨ ਹੈ ਨਾ, ਇਹਨੂੰ ਰੇਜ਼ ਕਰਦਾ, ਰੇਜ਼ ਬਾਈ ਦਾ ਫੋਰੈਸਟ ਹੋ ਗਿਆ, ਫੋਰੈਸਟ ਡਿਪਾਰਟਮੈਂਟ ਹੋ ਗਿਆ। ਔਰ ਦੂਜੀ ਗੱਲ ਹੈ ਕਿ ਇਹਦੇ ਅੰਦਰ ਲੀਜ਼ਡ ਤੋਂਗਿਆ ਹੋ ਗਿਆ, ਬਹੁਤ ਸਾਰੇ ਵਿਲੇਜ ਤੋਂਗਿਆ ਹੋ ਗਿਆ। ਤਾਂ ਇਸ ਨੂੰ ਆਪਾਂ ਬਸ ਇੰਨਾ ਸਮਝਣਾ ਆ, ਇਹਦੀ ਡਿਟੇਲ ਆਪਣੇ ਕੋਲ ਆਲਰੇਡੀ ਗਿਵਨ ਹੈ, ਤੁਸੀਂ ਐਡੀਸ਼ਨਲ ਫੈਕਟਸ ਤੋਂ ਸਮਝ ਸਕਦੇ ਹੋ। ਔਰ ਤੋਂਗਿਆ ਸਿਸਟਮ is a form of agroforestry system in which short term crop are grown in the early year of the plantation of a woody the perennial species in a order of a utilizer the land control weed reduce establishment cost generate early income, ठीक है। मतलब कि जिमें ਆਪਾਂ 60 ਦਿਨਾਂ ਦਾ ਝੋਨਾ ਲਾਉਨੇ, ਜਲਦੀ ਬੀਜਣਾ, ਜਲਦੀ ਕੱਟਣਾ ਔਰ ਉਸ ਤੋਂ ਪ੍ਰੋਡਕਸ਼ਨ ਪੈਦਾ ਕਰ ਲੈਣੀ। ਨੈਕਸਟ ਹੈ practice and ideology of a limited the party next they rakhiya ki participation in the conventional income and a minimal consumption of a resources is known as, a definition याद रखो, इस ਨੂੰ ਆਪਾਂ ਕਹਿੰਦੇ ਆ, ਇਸ ਪ੍ਰਕਿਰਿਆ ਨੂੰ ਕਿਹਾ ਜਾਂਦਾ ਕਿ ਫ੍ਰਿਗਨਾਈਜ਼ਮ, ਠੀਕ ਹੈ। ਫ੍ਰਿਗਨਾਈਜ਼ਮ ਇਹ ਹੁੰਦਾ ਆ, ਫ੍ਰਿਗਨਾਈਜ਼ਮ ਆਪਾਂ ਕਹਿ ਸਕਦੇ ਹਾਂ। ਫ੍ਰਿਗਨਾਈਜ਼ਮ ਕੀ ਹੈ ਕਿ ਇੱਕ ਪ੍ਰੈਕਟਿਸ, ਆਈਡੀਓਲੋਜੀ ਐਂਡ ਲਿਮਿਟਿਡ ਆਪਾਂ ਪਾਰਟਿਸਿਪੇਸ਼ਨ ਕਹਿੰਦੇ ਹਾਂ ਕਿ ਕਨਵੋਕੇਸ਼ਨਸ ਇਕੋਨਮੀ ਐਂਡ ਜੋ ਮਿਨੀਮਲ ਕੰਜਪਸ਼ਨਸ ਹੁੰਦੀ ਹੈ, ਰਿਸੋਰਸਿਸ ਹੈ ਪੂਰਾ, ਇਸ ਨੂੰ ਆਪਾਂ ਕੀ ਕਹਿੰਦੇ ਹਾਂ ਫ੍ਰਿਗਿਜ਼ਮ, ਠੀਕ ਹੈ। ਨੋਟ ਕਰੋ ਸਾਰੇ ਸਟੂਡੈਂਟਸ ਕਾਪੀ ਦੇ ਅੰਦਰ। ਨੈਕਸਟ ਹੈ ਕੁਐਸਚਨ ਨੰਬਰ 9ਵਾਂ, ਦ ਡਿਵੈਲਪਮੈਂਟ ਆਫ ਐਗਰੀਕਲਚਰ ਈਕੋਸਿਸਟਮ intended to be sustainable and self sufficient is called, ਇਹ ਵੀ ਡੈਫੀਨੇਸ਼ਨ ਹੈ ਦੋਸਤੋ, ਯਾਦ ਰੱਖਣਾ ਹੋਏਗਾ। ਇਸ ਨੂੰ ਕਹਿੰਦੇ ਆਪਾਂ ਪਰਮਾ ਕਲਚਰ, ਕੀ ਕਹਿੰਦੇ ਆਪਾਂ ਪਰਮਾ ਕਲਚਰ ਕਵਾਂਗੇ, ਤਾਂ ਇਹਨੂੰ ਯਾਦ ਰੱਖਣਾ, ਇੰਪੋਰਟੈਂਟ ਕੁਐਸਚਨ ਹੈ। ਆਪਸ਼ਨ ਨੰਬਰ 4 ਬਿਲਕੁਲ ਰਾਈਟ ਹੋਏਗਾ ਵੀ ਜੋ ਪਰਮਾ ਕਲਚਰ ਇਜ਼ ਏ ਸਿਸਟਮ ਆਫ ਐਗਰੀਕਲਚਰ ਦਾ ਸਿਸਟਮ ਹੈ ਐਂਡ ਸੋਸ਼ਲ ਡਿਜ਼ਾਈਨ ਜੋ ਪ੍ਰਿੰਸੀਪਲਸ ਨੇ ਸੈਂਟਰਡ ਐਂਡ ਅਰਾਊਂਡ ਦਾ simulating and direct utilizing the pattern and features observed the natural ecosystem, ठीक है। ਜਿਵੇਂ ਕਿ ਤੁਸੀਂ ਸਮਝ ਸਕਦੇ ਹੋ ਕਿ ਗਰਮੀ ਦੇ ਸੀਜ਼ਨ ਦੇ ਵਿੱਚ ਆਟੋਮੈਟਿਕਲੀ ਘਾਹ ਹੈ ਬਿਨਾਂ ਕਿਸੇ ਛਿੜਕਾਵ ਤੋਂ, ਜਿੰਨੀਆਂ ਵੀ ਝਾੜੀਆਂ ਹੈ,
ठीक है, ये अपने आप पैदा होंदियां, राइट है। इस प्रकार की प्रक्रिया है। दूसरी गल है कि वैदर के अकॉर्डिंग जो हुंदा आ, ये जो नैचुरल इकोसिस्टम है ना अपने अकॉर्डिंग है, तो दैट इज कोल्ड ए परमाकल्चर। ठीक है, ज़्यादा कोई डिफिकल्ट नहीं है, इदां दे क्वेश्चन तुहानूं एग्जाम च पूछे जा सकते हैं। चलिए अगला क्वेश्चन है, डैश 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 इज एंड द एरिया ऑफ लैंड डिवोटेड टू द कल्टीवेशन ऑफ फ्रूट एंड नट ट्रीज। दोस्तों इसनों की कहने, गार्डन है, फार्म है, या आप कहांगे ऑर्चार्ड है या लैंड है। तो इसका सही आंसर होएगा ऑर्चार्ड, बिल्कुल राइट आंसर है। ऑर्चार्ड एन एरिया ऑफ लैंड डिवोटेड टू द कल्टीवेशन ऑफ फ्रूट, या आप कह सकते हैं नट ट्री वास्ते। ऑर्चार्ड की है, एक इंटरनेशनल प्लांटिंग और ट्री वास्ते शब्द दैट इज अ मेनटेन फॉर द फूड प्रोडक्शन है। छोटा जिहा आप क्यारियां क्यूरियां बना के करते होंगे ना, उंज करके है। ऑर्चार्ड कंप्राइज फ्रूट और नट प्रोडक्शन ट्री विच आर द जनरली ग्रोन इन द कमर्शियल प्रोडक्शन वास्ते यूज किया, प्रोडक्शन वास्ते है। सो दैट इनू याद रखना है, ज़्यादा डिफिकल्ट नहीं है। 111वां क्वेश्चन करांगे, हु अमंग द फॉलोइंग लेड द बुधन एंड ग्रामधन जो मूवमेंट है उहदे बारे तुहाडे तो पूछा गया वा। तो विनोद भावे, इनू नाम याद रखो, विनोद भावे। ठीक है, भूधन एंड आपां ग्रामधन। ठीक है, देखो यदी डिटेल की है कि भूमधन ग्रामधन मूवमेंट सीगा है लीड बाई, इनू किने कीता सीगा, विनोबा भावे ने। अटैम्प्ट टू द ब्रिंग द अबाउट नॉन वायलेंट रेवोल्यूशन होया सीगा बिकॉज इंडियाज लैंड रिफॉर्म प्रोग्राम सीगा है। ठीक है, ये भी तुसी याद रखना है, पेपर च तुहानूं पूछा जा सकता है। नैक्सट है द भूधन मूवमेंट वाज स्टार्टड इन विच ईयर, भूधन कदों शुरू किया गया सी दोस्तों, 1951 ਦੇ ਵਿੱਚ शुरू किया गया सीगा है विनोबा भावे ਦੇ द्वारा। ठीक है, तो यह मूवमेंट सीगा रिसीव किया सीगा वाइड स्प्रैड पॉलिटिकल जो पैट्रोरेंज सीगे सैवरल स्टेट गवर्नमेंट्स ने पास किया लॉ बाई द एम्ड ऑफ ग्रामधन एंड भूधन वास्ते। ठीक है, तो इसते की सीगा कि मूवमेंट रीच देयर द पीक अराउंड 1969 के अंदर ये पीक ते पहुंच गया सीगा, और इसे करके इसनूं ब्लडलैस रेवोल्यूशन के नाम तो जाना जाता है। दोस्तों तुहानूं पूछा जा सकता है कि ब्लडलैस रेवोल्यूशन की प्रक्रिया है। भूधन जो स्टार्ट किया 1951 ਦੇ ਵਿੱਚ ਇਹ मूवमेंट सीगा शुरू किया विनोबा भावे ने, और रिसीवड होया यह वाइड स्प्रैड पोलिटिकली जिन्ने भी पोलिटिकल लीडर सी वो भी शामिल हो गए ने ਇਹਦੇ 'ਚ, क्योंकि खास तौर पर बहुत सारिया चीज़ां सीगियां। ये एक चीज़ मैंशन नहीं सीगियां कि जमीन का मालिक कौन है, वो कोल प्रॉपर वसीयत होनी चाहिए, रिकॉर्ड होना चाहिए, और रिकॉर्ड का गवर्नमेंट को कोई भी हो, टैक्स डायरैक्ट चुके जाते सी पहला। तो बहुत सारिया चीज़ां सी रिफॉर्म्स ये अलग अलग सीगे, वी विल डिस्कस यू, आप डिस्कस करांगे डिटेल वाइज किसी दिन। लेकिन इस टाइम इस फोकस ये करना है कि जो इस पूरी प्रक्रिया है, ठीक है, इसनूं की जो जिन्ना भी है इस मूवमेंट सीगा इसनूं बल्कि ब्लडलैस रेवोल्यूशन के नाम तो भी जाना जाता है। चलिए अगला क्वेश्चन देख लेने आप। हैडक्वार्टर ऑफ नैशनल बायोडाइवर्सिटी बोर्ड लोकेटेड इन विच सिटी, किहड़ी सिटी दे विच है, न्यू दिल्ली है। इंडिया दे विच मैक्सिमम न्यू दिल्ली च तुसीं याद रखना है। नैशनल बायोडाइवर्सिटी लोकेटेड इन न्यू दिल्ली है, तुसीं याद रखना है। ठीक है, अगला क्वेश्चन देखते हैं आप। क्वेश्चन नंबर 114वां है, ARI अराइज स्टैंड फॉर, अराइज की फुल फॉर्म की है, मैं बार बार रिपीट करावांगा। एग्रीकल्चर रिसर्च इन्फॉर्मेशन सिस्टम है, एग्रीकल्चर रिसर्च इन्फॉर्मेशन सिस्टम है। ऑप्शन नंबर तीजा बिल्कुल राइट होएगा। जिसकी स्थापना की गई सी 1996 की गई सी, याद रखना है, और इसनूं गवर्नमेंट ऑफ इंडिया द्वारा किया गया सी। याद रखना है दोस्तों कि अराइज है, इनू तकरीबन स्थापना की गई सी 1996 के। एग्रीकल्चर रिसर्च इन्फॉर्मेशन सिस्टम है, और इसका हैडक्वार्टर न्यू दिल्ली के विच है, और इसनूं शुरू इस्टैबलिश्ड बाय द यूनिवर्सिटी 1996 द असिस्टेंस ऑफ ICAR। ठीक है, चलिए अगला क्वेश्चन है, नेक्स्ट क्वेश्चन देख लेने आप की है, विच ऑफ द फॉलोइंग इज ए नैशनल एग्रीकल्चर मार्केट पोर्टल। नैशनल एग्रीकल्चर मार्केट पोर्टल केड़ा आ, थोड़े सामने 5 ऑप्शन है, और 5 चों कोई एक ऑप्शन हैगा, तो enaam.com तुसीं याद रखना। ऑप्शन नंबर तुहाडे कोले दूजा आएगा, enaam। ठीक है, और पहले नाम.com है जो गलत है, ये अगर नहीं है, नाम.com नहीं बल्कि enaam है। ठीक है, यह प्रधानमंत्री नरेंद्र मोदी ने लॉन्च किया सीगा, ये भी तुसीं याद रखना। एग्रीकल्चर मार्केट पोर्टल है, enaam है, और एक कनैक्टेड किहदे नाल, मंडियां नाल कनैक्टेड ने, हिट ई मंडीज मतलब इन सैवरल स्टेट्स वास्ते डायरैक्ट कनैक्ट है। ठीक है, चलिए नेक्स्ट क्वेश्चन है, एग्रीकल्चर मार्केटिंग इज एडमिनिस्ट्रेटेड बाय विच ऑफ द फॉलोइंग। एग्रीकल्चर है किहदे द्वारा शुरू किया, स्टेट गवर्नमेंट्स दी अलग अलग होंदियां, तो आप स्टेट गवर्नमेंट लवांगे, सेंटर गवर्नमेंट नहीं कह सकते हैं। एग्रीकल्चर जो मार्केटिंग है, एग्रीकल्चर कमेटियां होंदियां, तद भी स्टेट गवर्नमेंट दी होंदियां, तुसीं याद रखना होएगा।
ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਸਟੇਟ ਐਜ਼ ਪਰ ਦਾ ਐਗਰੀ ਮਾਰਕੀਟਿੰਗ ਰੈਜੂਲੇਸ਼ਨ ਅੰਡਰ ਦਾ ਵਿਚ ਆਫ ਦਾ ਸਟੇਟ ਡਿਵਾਈਡਡ, ਜਿਵੇਂ ਸੈਵਰਲ ਮਾਰਕੀਟਸ ਹੁੰਦੀਆਂ, ਏਰੀਆਜ਼ ਹੋ ਗਏ, ਉਹਨਾਂ ਦੇ ਮੁਤਾਬਿਕ ਜੋ ਏਜੰਸੀਜ਼ ਬਣੀਆਂ ਹੁੰਦੀਆਂ ਉਹਨਾਂ ਦੇ ਦੁਆਰਾ, ਖਾਸ ਤੌਰ ਤੇ APMC ਹੁੰਦਾ ਐਗਰੀਕਲਚਰ ਪ੍ਰੋਡਿਊਸ ਮਾਰਕੀਟਿੰਗ ਕਮੇਟੀ ਹੈ ਨਾ, ਇਹਨਾਂ ਦੁਆਰਾ ਇਹਦੇ ਇੰਪੋਜ਼ ਔਨ ਇਟਸ ਮਾਰਕੀਟਿੰਗ ਰੈਗੂਲੇਸ਼ਨ, ਮਤਲਬ ਇਨਕਲੂਡਿੰਗ ਫੀਸ ਵਗੈਰਾ ਕਿੰਨੀ ਕਰਨੀ ਕਿੰਨੀ ਨਹੀਂ ਕਰਨੀ, ਸਿਰਫ ਇਹ ਆਲ ਡਿਪੈਂਡਸ ਔਨ ਦਾ ਸਟੇਟ ਗਵਰਨਮੈਂਟ ਦੁਆਰਾ ਹੁੰਦਾ ਆ। ठीक है, चलिए नेक्स्ट क्वेश्चन है, इंडिया विजन 2020 डॉक्यूमेंट वॉज प्रिपेयर्ड अंडर द चेयरमैनशिप ऑफ। तो दोस्तों यह याद रखना है, ये डॉक्यूमेंट है इंडिया विजन 2020 मतलब 2020 डॉक्यूमेंट वॉज प्रिपेयर्ड किहदे द्वारा किया गया सीगा, तो डॉक्टर APJ अब्दुल कलाम फॉर्मर प्रेजिडेंट ऑफ इंडिया मतलब मिसाइल मैन। ठीक है, इन्होंने डॉक्यूमेंट प्रिपेयर्ड बाय द टेक्नोलॉजी इंफॉर्मेशन एंड फोरकास्टिंग एंड द असैसमेंट काउंसल, जिन्हों आप TIFAC कहने हैं, मतलब टेक्नोलॉजी इंफॉर्मेशन फोरकास्टिंग एंड असैसमेंट काउंसल ऑफ द इंडियाज डिपार्टमेंट ऑफ साइंस एंड टेक्नोलॉजी अंडर द चेयरमैनशिप ऑफ APJ अब्दुल कलाम। लगभग टीम ऑफ, मैं कहांगा कि इस टीम के अंदर 500 एक्सपर्ट सीगे, उन्होंने ये शुरू किया से डॉक्यूमेंट। ठीक है, और ये है कि अगर हिंदुस्तान की किसानी मजबूत है तो हिंदुस्तान की GDP नूं कदे कोई थले नहीं पुंजे ला सकता। ठीक है, अगर हिंदुस्तान की किसानी अच्छी नहीं है, प्रोडक्शन अच्छी नहीं है, तो डेफिनेटली बजट आ रहा अपना, अज हो सकता है अज बजट के विच की कुछ देखते हैं किसानों वास्ते हुंदा है। ठीक है, चलिए अगला क्वेश्चन है, नेशनल पॉलिसी ऑन फार्मर वाज इंट्रोड्यूस इन द ईयर ऑफ 2007 है, याद रख लो, जो फार्मर वास्ते जो नैशनल पॉलिसी 2007 में शुरू की गई सी। ठीक है, ये भी तुहानू पेपर के पूछा जा सकता है, और खास तौर पर इनू इंप्लीमेंटेड किया गवर्नमेंट विद द एम ऑफ इंप्रूव द इकोनॉमी, जो बल्कि वायबिलिटी है ना फार्मिंग एंड इनक्रीजिंग द नैट इनकम फार्मर वास्ते है। बल्कि दूसरी गल यह हैगी है कि गवर्नमेंट्स दोस्तों बहुत सारिया होणगियां। हुण आपां देखो प्रैक्टिकली तौर पर जो मैनू लग रहा है, ये मैनू इदा अंदाजा हो रहा है कि पंजाब के अंदर अपनी गवर्नमेंट ऑफ पंजाब है, तो मैक्सीमम प्रैक्टिकली तौर पर देखिए तो इस टाइम हर कोई लीडर्स है, हर कोई जो भी खड़ा होंदा है या पब्लिक च राइज होंदा है, तो वो 2 मुद्दे मेन ने, वो कहेगा किसानी ते जवानी। किसानी भी साडी खत्म है ऑलमोस्ट है, क्योंकि ਆਪਾਂ लोग जिमीदार की कर रहे हैं, खेती के ज़्यादा तो ज़्यादा पेस्टिसाइड है, स्प्रे है, रे है, खाद यूज करते हैं, उस करके साड़ी ये फसल तो सानू पैदावार दे रही है, ये खास तौर पर साड़ी खेती बन चुकी है, एक मैं कहांगा बजुर्ग बंदे रही भी, जिमें आप बापू जी नूं 3 महीने की दवाई दवाती, वो कढ़ गया, फिर अगले महीने पर डिपेंड हो गया। ठीक है, इदा हो रहा है। बाय द वे गवर्नमेंट ऑफ जो भी साड़ी मेजोरिटी गवर्नमेंट्स है, उन्हां कोले ਇਹੋ ਜਿਹੀਆਂ पॉलिसीज़ बहुत सारिया, लेकिन उन्हें इंप्लीमेंटेशन नहीं किया जाता, क्योंकि असी चूज नहीं कर पा रहे हैं, कोई अल्टरनेट गवर्नमेंट नहीं चूज कर पा रहे हैं। तो साडे कोले सब तो पहला सानू ब्राइट मतलब वे ना सोचना चाहिए है कि साडे कोले इहो जी गवर्नमेंट होवे जो बेसिकली काम ही एग्रीकल्चर लई करे। मैं पहला भी गल कही सी कि देखो, अगर सिगरेट बनाने वाला अथॉरिटी है वो करोड़पति है, जो कि शरीर वास्ते नुकसान है, एक नशा है। जरदा बनाने वाले करोड़पति ने, लेकिन जो साढ़े ढिड भरदा है वो कौन है, अन्नदाता है, तो वो अज गरीब है बेचारा, नहीं भर सकता। क्योंकि रीजन ये हैगा कि जिन्ने भी किसानी दी आमदन है ना, जिमें नरमा खेती है, कपा, इन्हां दे रेट बल्कि MS स्वामीनाथन की रिपोर्ट के आधार पर होने चाहिए हैं। सो दोस्तों, इन्हां चीज़ों वास्ते अगर आप देखांगे तो बहुत ज़्यादा लीडर्स होंदे हैं ना, वो एक मौसमी मक्कड़ होंदे ने, बाहर होंदे हैं, थोनों झूठ बोल के पिछे ला लेंदे, उदों बाद गल्लां खत्म हो जांदियां। जिवें तुहाडे किसी पिंड दे विच पड़ोसी नाल, शहर दे विच, गली च, मुहल्ला जिथे भी तुहाडी लड़ाई हो गई है, एक बारी तत्ते बहुत कुछ हो जाता, लेकिन समा पैंदे सारी बंदे विच पै के ठंडा भर दिंदे, गल खत्म हो जाती है। सेम प्रोसीजर है गवर्नमेंट्स के, जो नुमाइंदे ने, जो लोग होंगे, जो टीम होंदी है ना, वो सिर्फ उन्होंने यही मिशन होंदा कि 5 सालों तो बाद इलैक्शन च जाना है, तो साडे कोले की पब्लिक नूं पिछे लाउण वास्ते तरीके हथियार हो सकते हैं। सो तो इदां दी चीज़ां होंदियां। मैं खास तौर पर इत्थे सिर्फ ये मैंशन करांगा दोस्तों कि अगर सानू कोई भी गवर्नमेंट्स कहती है कि असीं तुहानूं रोज़गार देवांगे, डो नॉट बिलीव यार, इन्हां लोकां ने शिक्के ते टंगता। सिंपल जी गल है कि साडे सिस्टम च, मैं तो यह चीज़ बार बार कहना है कि जिवें हुण पंजाब पटवारी का कोई सिलेबस ही स्थिर नहीं है। तुहाडे कोले 4 सबजैक्ट होने चाहिए, तुसीं सीधा पाओ पंजाबी स्टेट लैवल दी है, पंजाब दा GK पाओ, मैथ पाओ, रीजनिंग पाओ, दैट्स ओके। इस तो इलावा
ਤੁਸੀਂ 9 ਤਰੀਕੇ ਦੇ ਸਬਜੈਕਟ ਠੋਕ ਰਹੇ ਹੋ, ਪਾਗਲ ਕਰਤਾ ਤੁਸੀਂ, ਗੂੰਗੇ ਕਰੀ ਜਾਂਦੇ ਹੋ ਬੱਚਿਆਂ ਨੂੰ। ਠੀਕ ਹੈ, ਉਸ ਤੋਂ ਇਲਾਵਾ ਦੇਖੋ ਤੁਸੀਂ ਕਿ ਆਪਣੇ ਪੰਜਾਬ ਦੇ ਹਰ ਪੇਪਰਾਂ ਦੀ ਫੀਸ ਕਿੰਨੀ ਕਿੰਨੀ ਹੈ, ਕੋਈ ਸਿਸਟਮ ਨਹੀਂ, ਸਟਰਕਚਰ ਨਹੀਂ ਹੈ ਕਿ ਇਹਨਾਂ ਸਿਰਫ ਪਾਲਿਸੀਆਂ ਆਹ ਬਣਾਤੀਆਂ ਵਾਹ ਬਣਾਤੀਆਂ, ਇੱਦਾਂ ਨਹੀਂ ਹੁੰਦਾ। ਬਲਕਿ ਹੋਣਾ ਐਕਚੁਅਲ ਦੇ ਵਿੱਚ ਇਹ ਚਾਹੀਦਾ ਹੈ ਕਿ ਤੁਸੀਂ IBPS ਵਾਂਗੂ ਪਹਿਲਾਂ ਹੀ ਜਨਵਰੀ ਫਰਵਰੀ 'ਚ ਦੱਸ ਦਿਓ ਕਿ ਨੋਟੀਫਿਕੇਸ਼ਨ ਭਰਤੀਆਂ ਦੇ ਸੰਬੰਧ 'ਚ ਜੂਨ 'ਚ ਆ ਰਿਹਾ, ਜਾਂ ਤੁਸੀਂ ਮਈ ਦੇ ਵਿੱਚ ਰਿਲੀਜ਼ ਕਰ ਦਿਓ, ਕਿਉਂਕਿ ਸਮੈਸਟਰ ਸਾਰਿਆਂ ਦੇ ਹੋ ਜਾਂਦੇ ਉਸ ਵਕਤ। ਔਰ ਉਸ ਤੋਂ ਬਾਅਦ ਤੁਸੀਂ ਬੱਚਿਆਂ ਦੇ ਐਗਜ਼ਾਮ ਅਗਸਤ 'ਚ ਕੰਡਕਟ ਕਰ ਲਓ, ਅਗਸਤ 'ਚ ਕੰਡਕਟ ਕਰਕੇ ਔਰ ਦਸੰਬਰ ਤੱਕ ਜੁਆਇਨਿੰਗ ਦੇ ਦਿਓ। ਚਾਹੇ ਤੁਸੀਂ ਸਾਲ ਦੀਆਂ 5000 ਹੀ ਕੱਢੋ, ਲੇਕਿਨ ਇੱਕ ਸਥਿਰਤਾ ਕੱਢੋ, ਇੱਕ ਸਿਸਟਮਬੱਧ ਤਰੀਕੇ ਨਾਲ ਤਾਂ ਹੋਣਾ ਚਾਹੀਦਾ। ਸੋ ਦੋਸਤੋ ਅਗਲੇ ਜੋ ਪ੍ਰੋਸੀਜਰ ਹੈ, ਸੋ ਦੈਟ ਵੀ ਹੋਪ ਕਿ ਇੱਦਾਂ ਦਾ ਹੋਣਾ ਚਾਹੀਦਾ। ਮੈਂ ਉਮੀਦ ਕਰਦਾ ਤੁਸੀਂ ਮੇਰੇ ਛੋਟੀਆਂ ਮੋਟੀਆਂ ਗੱਲਾਂ ਨਾਲ ਜ਼ਰੂਰ ਸਹਿਮਤ ਹੋਵੋਗੇ। ਠੀਕ ਹੈ, ਚਲੋ ਜੀ ਅਗਲਾ ਕੁਐਸਚਨ ਕਰਦੇ ਹਾਂ। ਦ ਸੈਂਟਰਲ ਇੰਸਟੀਟਿਊਟ ਫॉर ਸਬ ਟ੍ਰੋਪੀਕਲ ਹਾਰਟੀਕਲਚਰ, ਜਿਹਨੂੰ CISH ਕਹਿੰਦੇ, ਲੋਕੇਟਡ ਇਨ ਵਿਚ ਸਟੇਟ, ਕਿਹੜੇ ਸਟੇਟ ਵਿੱਚ? ਦੋਸਤੋ ਉੱਤਰ ਪ੍ਰਦੇਸ਼, ਯਾਦ ਰੱਖਣਾ ਆ। ਠੀਕ ਹੈ, ਉੱਤਰ ਪ੍ਰਦੇਸ਼ ਹੈ। ਔਰ ਉੱਤਰ ਪ੍ਰਦੇਸ਼ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ ਯਾਦ ਰੱਖਣਾ ਹੈ ਗੰਨਾ ਸਭ ਤੋਂ ਜ਼ਿਆਦਾ ਹੁੰਦਾ ਆ, ਕਣਕ ਦੀ ਖੇਤੀ ਸਭ ਤੋਂ ਜ਼ਿਆਦਾ ਆ, ਕਿਉਂਕਿ ਵਾਈਡ ਏਰੀਆ ਪੋਪੂਲੇਸ਼ਨ ਦੇ ਤੌਰ ਤੇ ਖੇਤੀਬਾੜੀ ਖੇਤਰ ਕਾਫੀ ਲੰਬਾ ਚੌੜਾ ਆ। ਸੈਂਟਰਲ ਇੰਸਟੀਟਿਊਟ ਆਫ ਸਬ ਟ੍ਰੋਪੀਕਲ ਹਾਰਟੀਕਲਚਰ ਜੋ ਸਟਾਰਟਡ ਸੈਂਟਰ ਮੈਂਗੋ ਰਿਸਰਚ ਜੋ ਸੀਗਾ ਸ਼ੁਰੂ ਕੀਤਾ ਗਿਆ, ਇਹ ਵੀ ਬਲਕਿ 4 ਸਤੰਬਰ 1972 ਨੂੰ ਸ਼ੁਰੂ ਕੀਤਾ ਗਿਆ ਸੀਗਾ, ਅੰਡਰ ਦਾ ਏਜਸ ਆਫ ਇੰਡੀਅਨ ਇੰਸਟੀਟਿਊਟ ਆਫ ਹਾਰਟੀਕਲਚਰ ਰਿਸਰਚ ਬੈਂਗਲੁਰੂ ਦੁਆਰਾ। ਔਰ ਇਹਦਾ ਹੈੱਡਕੁਆਟਰ ਲਖਨਊ ਉੱਤਰ ਪ੍ਰਦੇਸ਼ 'ਚ, ਤੁਸੀਂ ਯਾਦ ਰੱਖਣਾ ਕਿਹਦਾ, ਯਾਨੀ CISH, ਸੈਂਟਰਲ ਇੰਸਟੀਟਿਊਟ ਫॉर ਸਬ ਟ੍ਰੋਪੀਕਲ ਹਾਰਟੀਕਲਚਰ। ਚਲਿਏ ਅੱਜ ਦੀ ਸੀਰੀਜ਼ ਦਾ ਅਖੀਰਲਾ ਕੁਐਸਚਨ ਤੁਹਾਨੂੰ ਸਕਰੀਨ ਤੇ ਦੇ ਰੱਖਿਆ ਹੈ। द रीजनल सॉयल जो ਤੁਹਾਨੂੰ ਦੇ ਰੱਖਿਆ ਕਿ ਕੋਰਿਲੇਸ਼ਨ ਸੈਂਟਰ ਇਜ਼ ਲੋਕੇਟਡ ਇਨ ਵਿਚ ਸਿਟੀ, ਤੇ ਇਹ ਬਲਕਿ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਲਕੱਤਾ ਹੈ, ਨੋਟ ਏ ਕੋਲਕਾ, ਦਿੱਲੀ ਹੈ, ਬੈਂਗਲੁਰੂ, ਉਦयपुर, ਬਲਕਿ ਉदयपुर ਹੈ। ਠੀਕ ਹੈ, ਤੇ ਇਹ ਸਾਰਿਆਂ ਦੇ ਵਿੱਚ ਅਵੇਲੇਬਲ ਹੈ, ਇਹੋ ਜਿਹਾ ਕੋਈ ਨਹੀਂ ਹੈ। ਤੇ ਇੰਪੋਰਟੈਂਟ ਕੁਐਸਚਨ ਆਈ ਥਿੰਕ ਤੁਹਾਨੂੰ ਡਿਟੇਲ ਵਾਈਜ਼ ਸਮਝ ਆ ਗਿਆ ਹੋਏਗਾ। ਸੋਹਣਾ ਕੁਐਸਚਨ ਹੈ। ਗਵਰਨਮੈਂਟ ਆਫ ਇੰਡੀਆ ਨੇ ਸਟੈਬਲਿਸ਼ ਕੀਤਾ ਸੀ ਆਲ ਇੰਡੀਆ ਸੋਇਲ ਜੋ ਸਰਵੇ ਹੈ ਆਰਗੇਨਾਈਜੇਸ਼ਨ 1956 1956 ਸ਼ੁਰੂ ਕੀਤਾ ਸੀਗਾ। ਹੈੱਡਕੁਆਟਰ ਐਟ ਦਾ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ, 5 ਰੀਜਨਲ ਜੋ ਬਣਾਏ ਸੀ ਇਹਨਾਂ ਦੇ ਸੈਂਟਰ, ਉਹਨਾਂ ਦੇ ਵਿੱਚੋਂ ਬੈਂਗਲੁਰੂ ਹੈ, ਦਿੱਲੀ ਹੈ, ਕਲਕੱਤਾ ਹੈ, ਐਂਡ ਨੈਕਸਟ ਆਪਾਂ ਕਵਾਂਗੇ जोरहट है एंड उदयपुर आर द करैक्ट चॉइस है। सो ऑल द बिल्कुल सारे सही है, ऑप्शन नंबर 5वां राइट आएगा। दोस्तों ये सी अज दी सीरीज दे इंपॉर्टेंट क्वेश्चन। आई होप तुहानू मज़ा आया होगा। चैनल जरूर सबसक्राइब करो और प्लीज़ तुहानू तुहाडे नहीं सौ है मैक्सीमम टाइम तक शेयर कर दिओ यार, ठीक है, दब के शेयर कर दिओ, बंब बुला दिओ। और जे तुसी स्टैटिक्स बुक्स वगैरह लेना चाहते हो साडी वैबसाइट पर जा सकते हो, जिथों 13 तरीके का तुहानू मटीरियल मिल जाएगा। थैंक यू सो मच एंड हैव ए नाइस डे, टेक केयर, बाय बाय।